ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਮੈਂ ਨਾਹੀਂ ਕਛ ਹਾਉ ਨਹੀਂ, ਕਿਛ ਆਹੇ ਨਾ ਮੂਰਾ। ਅਵਸਰ ਲੱਜਾ ਰੱਖ ਲੇਹ, ਸਧਨਾ ਜਨ ਤੋਰਾ। ਧਰਮਾਂ ਦੇ ਠਾਂਡੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ। ਦਰਸ਼ਨ ਦੀਜੈ ਖੋਲ ਕਿਵਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ। ਦਰਸ਼ਨ ਦੀਜੈ ਖੋਲ ਕਿਵਾਰ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਵਡਹੰਸ ਮਹਲਾ ਤੀਜਾ। ਇਹ ਜਗ ਜਲਤਾ ਦੇਖ ਕੇ, ਭਜ ਪਏ ਹਰਿ ਸ਼ਰਣਾਈ ਰਾਮ। ਅਰਦਾਸ ਕਰੀ ਗੁਰ ਪੂਰੇ ਆਗੈ। ਰਖ ਲੇਵਹੁ ਦੇਹ ਵਡਾਈ ਰਾਮ। ਇਹ ਜਗ ਜਲਤਾ ਦੇਖ ਕੇ, ਭਜ ਪਏ ਹਰਿ ਸ਼ਰਣਾਈ ਰਾਮ। ਅਰਦਾਸ ਕਰੀ ਗੁਰ ਪੂਰੇ ਆਗੈ। ਰਖ ਲੇਵਹੁ ਦੇਹ ਵਡਾਈ ਰਾਮ। ਰਖ ਲੇਵਹੁ ਸ਼ਰਣਾਈ, ਹਰਿ ਨਾਮ ਵਡਾਈ। ਤੁਧ ਜੇ ਵਡ ਅਵਰ ਨਾ ਦਾਤਾ, ਸੇਵਾ ਲਾਗੇ ਸੇ ਵਡ ਭਾਗੇ। ਜੁਗ ਜੁਗ ਏਕੋ ਜਾਤਾ, ਜਤ ਸਤ ਸੰਜਮ ਕਰਮ ਕਮਾਵੈ। ਬਿਨ ਗੁਰ ਗਤ ਨਹੀਂ ਪਾਈ। ਨਾਨਕ ਤਿਸਨੂੰ ਸ਼ਬਦ ਬੁਝਾਏ। ਜੋ ਜਾਏ ਪਵੈ ਹਰਿ ਸ਼ਰਣਾਈ। ਜਤ ਸਤ ਸੰਜਮ ਕਰਮ ਕਮਾਵੈ। ਬਿਨ ਗੁਰ ਗਤ ਨਹੀਂ ਪਾਈ। ਨਾਨਕ ਤਿਸਨੂੰ ਸ਼ਬਦ ਬੁਝਾਏ। ਜੋ ਜਾਏ ਪਵੈ ਹਰਿ ਸ਼ਰਣਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ, ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਸਾਵਧਾਨ ਤੇ ਇਕਾਗਰ ਚੀਤ ਹੋਏ ਜੁੜ ਮਿਲ ਬੈਠੇ ਹੋ। ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਹਿਮਤਾਂ ਤੇ ਵਡਿਆਈਆਂ, ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਣੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ 'ਚੋਂ ਅਰਦਾਸ ਕਰਨਾ, ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੇ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ।
ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸੰਪੂਰਨ ਰਹਿਣ ਆਪਣੇ ਹੀ ਪਿਆਰ ਅਤੇ ਭਾਣੇ ਵਿੱਚ ਬਤੀਤ ਕਰਾਈ ਹੈ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਤੇ ਇਸ ਵਕਤ ਆਪਣੇ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ਿਆ। ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਸਾਚੇ ਸਾਹਿਬ ਦੀਆਂ ਬਖਸ਼ਿਸ਼ਾਂ ਦਾ ਦਰ ਖੁੱਲ੍ਹਦਾ। ਸਾਡੇ ਵਾਸਤੇ ਉਪਦੇਸ਼ ਪ੍ਰਾਪਤ ਹੁੰਦੇ ਨੇ, ਵਿਚਾਰਾਂ ਦੀ ਤਰੰਗਾਂ ਇੱਥੋਂ ਪ੍ਰਵਾਹਿਤ ਹੁੰਦੀਆਂ ਨੇ, ਬਖਸ਼ਿਸ਼ਾਂ ਮਿਲਦੀਆਂ ਨੇ। ਹੁਕਮ ਮਿਲਿਆ ਹੈ ਬਿਨ ਨਾਵੈ ਸਭ ਭਰਮ ਦੇ ਨਿਤ ਜਗ ਟੋਟਾ ਸੰਸਾਰ। ਭਾਈ ਸੰਸਾਰ ਦੇ ਵਿੱਚ ਦੁਨੀਆ ਤੇ ਤੁਰੀ ਤੇ ਫਿਰਦੀ ਹੈ ਨਾ, ਪਰ ਕੀ ਤੁਰਿਆ ਫਿਰਨ ਵਾਲਾ ਵਿਅਕਤੀ, ਕੋਈ ਹਰ ਵਿਅਕਤੀ ਮੰਜ਼ਿਲ ਤੇ ਪਹੁੰਚ ਜਾਂਦਾ ਹੈ? ਤੇ ਸਾਡਾ ਜਵਾਬ ਹੋਏਗਾ ਨਹੀਂ ਭਾਈ। ਜੋ ਤੁਰਿਆ ਫਿਰਦਾ ਵਿਅਕਤੀ ਹੈ, ਜ਼ਰੂਰੀ ਤਾਂ ਨਹੀਂ ਕੋਈ ਯਾਤਰੀ ਹੋਵੇ। ਯਾਤਰੀ ਤੇ ਟਾਵੇਂ ਵਿਰਲੇ ਹੀ ਨੇ ਨਾ, ਬਾਕੀ ਤੇ ਖਰੀਦ ਫਰੋਖਤ ਕਰਦੇ ਫਿਰਦੇ ਨੇ ਜਾਂ ਕੁਝ ਸੈਲ ਸਪਾਟੇ ਕਰਦੇ ਫਿਰਦੇ ਨੇ। ਤੇ ਜੋ ਸੈਲ ਸਪਾਟੇ ਕਰਦੇ ਫਿਰਦੇ ਨੇ, ਤੁਰੇ ਫਿਰਦੇ ਨੇ, ਉਹ ਮੰਜ਼ਿਲਾਂ 'ਤੇ ਨਹੀਂ ਪਹੁੰਚਦੇ, ਉਹ ਓਨੇ ਕੁ ਥਾਂ ਵਿੱਚ ਹੀ ਘੁੰਮਦੇ ਨੇ। ਇਸੇ ਤਰ੍ਹਾਂ ਜਿਹੜੇ ਵਿਅਕਤੀ ਅਧਿਆਤਮ ਖੇਤਰ ਦੇ ਵਿੱਚ ਇੱਧਰ ਉੱਧਰ ਸੈਲ ਕਰ ਆਏ, ਇੱਥੇ ਚਲੇ ਗਏ, ਉੱਥੇ ਚਲੇ ਗਏ, ਆਹ ਕਰ ਲਿਆ, ਉਹ ਕਰ ਲਿਆ, ਸੈਲ ਸਪਾਟੇ ਨੇ। ਠੀਕ ਹੈ, ਮਨ ਬਹਿਲਾਵੇ ਦਾ ਆਨੰਦ ਬਣਿਆ ਰਹਿੰਦਾ। ਇਹੋ ਜਿਹੇ ਧਾਰਮਿਕ ਵਿਅਕਤੀਆਂ ਦਾ ਮਨ ਬਹਿਲਾਵਾ ਬਣਿਆ ਰਹਿੰਦਾ। ਅੱਜ ਮਸੀਤੇ ਚਲੇ ਗਏ, ਕੱਲ੍ਹ ਮਜ਼ਾਰ 'ਤੇ ਚਲੇ ਗਏ, ਪਰਸੋਂ ਮੰਦਰੇ ਜਾ ਵੜਨਗੇ, ਫਿਰ ਕਿਸੇ ਦਿਨ ਸਤਸੰਗਤ ਆ ਜਾਗੇ, ਕੋਈ ਗੁਰਦੁਆਰੇ ਆ ਗਏ, ਫਿਰ ਕਿਸੇ ਹੋਰ ਇਤਿਹਾਸ ਵਾਲੇ ਵੱਡੇ ਮੰਦਰ 'ਤੇ ਚਲੇ ਜਾਣਗੇ। ਇੱਦਾਂ ਤੁਰੇ ਫਿਰਦੇ। ਹਾਂ, ਇਹਨਾਂ ਦੇ ਕੋਲ ਜਾਣਕਾਰੀ ਬੜੀ ਹੁੰਦੀ ਹੈ, ਤਰਕ ਟੀਕਾ ਟਿੱਪਣੀ ਬਹੁਤ ਹੁੰਦੀ ਹੈ, ਗਿਆਨੀ ਵੀ ਹੋ ਜਾਂਦੇ ਨੇ। ਪਰ ਚੇਤਾ ਰੱਖਣਾ, ਯਾਤਰਾ ਨਹੀਂ ਕਰ ਪਾਉਂਦੇ ਕਿਉਂਕਿ ਇਹ ਭਰਮਦੇ ਫਿਰਦੇ ਨੇ। ਯਾਤਰਾ ਕਰਨ ਵਾਸਤੇ ਇੱਕ ਟਿਕਾਣਾ, ਇੱਕ ਮਾਰਗ, ਇੱਕ ਮੰਜ਼ਿਲ ਜ਼ਰੂਰ ਚਾਹੀਦੀ ਹੈ। ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰਨ ਵਾਸਤੇ ਜਦੋਂ ਅਸੀਂ ਇੱਥੇ ਬੈਠਦੇ ਹਾਂ, ਜੋ ਅੱਜ ਸਾਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ 'ਚ ਪ੍ਰਾਪਤ ਹੁੰਦੀ ਹੈ, ਕਿ ਭਾਈ ਇੱਕ ਨਿਸ਼ਾਨਾ ਲੈ ਲਓ ਅਤੇ ਆਪਣੇ ਨਿਸ਼ਾਨੇ ਵੱਲ ਤੁਰੇ ਜਾਓ। ਕਾਮਯਾਬੀ ਇਸੇ ਦੇ ਵਿੱਚ ਹੈ, ਸੰਸਾਰਕ ਵੀ, ਪਰਿਵਾਰਕ ਵੀ, ਅਧਿਆਤਮਿਕ। ਤਿੰਨਾਂ ਲੈਵਲਾਂ ਦੀ ਕਾਮਯਾਬੀ ਇਹੀ ਹੈ ਕਿ ਨਿਸ਼ਾਨਾ ਨੀਅਤ ਕਰੋ, ਤੁਸੀਂ ਕੀ ਕਰਨਾ ਚਾਹੁੰਦੇ ਹੋ, ਅਤੇ ਤੁਰ ਪਾਓ। ਫਿਰ ਰਸਤੇ 'ਚ ਰੁਕਾਵਟਾਂ, ਮੁਸੀਬਤਾਂ, ਪਰੇਸ਼ਾਨੀਆਂ ਆਉਣਗੀਆਂ, ਕੋਈ ਗੱਲ ਨਹੀਂ, ਤੁਰੇ ਜਾਓ। ਅਤੇ ਉਹਦੇ ਵਾਸਤੇ ਇੱਕ ਤਾਕਤ ਦੀ ਜ਼ਰੂਰਤ ਪੈਂਦੀ ਹੈ, ਜਿਹੜੀ ਤਿੰਨਾਂ ਥਾਵਾਂ 'ਤੇ ਤਾਕਤ ਕੰਮ ਕਰਦੀ ਹੈ। ਨਾਮ। ਗੁਰੂ ਨਾਨਕ ਪਾਤਸ਼ਾਹ ਉਸ ਤਾਕਤ ਨੂੰ ਕਹਿੰਦੇ ਨੇ ਨਾਮ ਹੈ, ਵਾਹਿਗੁਰੂ ਜੀ ਦਾ ਨਾਮ। ਵਾਹਿਗੁਰੂ ਜੀ ਦੀ ਅਸੀਮ ਤਾਕਤ, ਜਿਸ ਦੀ ਅੱਜ ਤੱਕ ਕੋਈ ਨਾ ਤਾਂ ਪਰਿਭਾਸ਼ਾ ਕਰ ਪਾਇਆ ਅਤੇ ਨਾ ਕੋਈ ਵਿਆਖਿਆ ਕਰ ਪਾਇਆ। ਪਰ ਜਿਤਨੇ ਵੀ ਅਭਿਆਸੀ, ਪ੍ਰੇਮੀ, ਭਗਤ ਜਨ, ਗੁਰਮੁਖ ਜਨ, ਸੰਤ ਜਨ ਹੋਏ ਨੇ, ਸਾਰੇ ਹੀ ਮੰਨਦੇ ਨੇ ਕਿ ਉਸੇ ਤਾਕਤ ਦੇ ਸਦਕੇ ਸਭ ਕੁਝ ਚੱਲਦਾ ਹੈ, ਟਿਕਦਾ ਹੈ, ਹੰਡਦਾ ਹੈ, ਵਰਤਦਾ ਹੈ। ਉਸ ਨਾਮ ਤੋਂ ਬਿਨਾਂ ਸੰਸਾਰ 'ਚ ਭਟਕਣਾ ਬਣੀ ਰਹਿੰਦੀ ਹੈ। ਅਤੇ ਅਸਾਂ ਨੇ ਤੇ ਯਤਨ ਕਰਨਾ ਹੈ ਕਿ ਇਸ ਨਾਮ ਦੇ ਸਦਕੇ ਸਾਡੀ ਭਟਕਣਾ ਮਿਟ ਜਾਏ, ਅਸੀਂ ਆਪਣੇ ਗੁਰੂ ਦੇ ਦਰਬਾਰ 'ਤੇ ਆਏ, ਟਿਕ ਜਾਈਏ। ਔਰ ਹੁਕਮ ਹੈ ਸਾਨੂੰ, ਅਸੀਂ ਧੰਨ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਕੇ ਬਚਨਾਂ ਨੂੰ ਜਦੋਂ ਠਹਿਰ ਕੇ ਪੜ੍ਹਦੇ ਹਾਂ ਅਤੇ ਪਤਾ ਲੱਗਦਾ ਨਾ, ਇਸ ਸੰਸਾਰ ਦੇ ਵਿੱਚ ਭਟਕਣਾ ਤਾਂ ਬਹੁਤ ਹੈ, ਅਤੇ ਭਾਈ ਆਪਣੇ ਮਾਲਿਕ ਦੇ ਘਰ 'ਤੇ ਟਿਕ ਜਾਓ। ਮਹਾਰਾਜ ਕਿੱਦਾਂ ਟਿਕੀਏ? ਕਹਿਣ ਲੱਗਿਆ, ਦੇਖੋ ਨਾ, ਇੱਕ ਤੁਸੀਂ ਨਖੇ ਦੇ ਜਾਂ ਜੀ ਜਿਹਨੂੰ ਕੂਕਰ ਕਹਿ ਦਿੰਦੇ ਹੋ, ਉਹ ਵੀ ਆਪਣੇ ਮਾਲਕ ਦੇ ਦਰ 'ਤੇ ਟਿਕਿਆ ਰਹਿੰਦਾ ਨਾ। ਸੁਆਮੀ ਕੋ ਗ੍ਰਹਿ ਜਿਉ ਸਦਾ, ਸਵਾਨ ਤਜਤ ਨੀ ਨਿਤ, ਨਾਨਕ ਇਹ ਬਿਦਹਾਰ ਭਜੋ, ਇੱਕ ਮਨ ਹੋਏ ਇੱਕ ਚਿਤ। ਤੁਸੀਂ ਵੀ ਟਿਕ ਜਾਓ, ਟਿਕੇ ਰਹੋਗੇ ਤੇ ਕੁਝ ਨਾ ਕੁਝ ਮਿਲਦਾ ਜਾਏਗਾ। ਅਤੇ ਜਦੋਂ ਅਸੀਂ ਇੱਥੇ ਥੋੜ੍ਹਾ ਜਿਹਾ ਟਿਕਦੇ ਹਾਂ, ਦਾਏਂ ਬਾਏਂ ਦੇਖਦੇ ਹਾਂ,
क्योंकि बिना टिकिया तो सज्जे खब्बे वेख्या भी नहीं जाता। भज्जा फिरदा व्यक्ति, तुरिया भटकदा फिरदा व्यक्ति सज्जे खब्बे देखे भी, दिसदा भी है, पर समझ कुछ नहीं आता। देखण नूं ते बाजार दिस पैंदा है, बाग दिस पैंदे ने, पर पुछी की वेख्या तो कहन लगा नहीं वेख नहीं पाया, क्योंकि मैं तो तुरिया जांदा सां, दौड़ रहा सां। देखण वास्ते भी टिकना पैंदा है, भावें पल पर टिकना होवे। आ वेख्या होना सी अज संसार दे फोटोग्राफियां ते वीडियोग्राफियां करते हैं, उन्होंने भी फोटो लैण वास्ते सकिंट वास्ते भी भावें रुकना पैंदा है। भावें अज टैक्नोलॉजी बहुत हाई हो गई है, पर जे वो बिना अपना कैमरा रोकिया फोटो क्लिक कर लैन तो फोटो थोड़ा आउंदी है। हाँ ठीक है, उन्होंने एक क्लिक जाता है, पर प्राप्त कुछ नहीं होता। कुछ देखना है तो वो वास्ते एक पल लिए रुकना पेगा, पल पर ठहरना पेगा। तो जो ठहरे दरवाजे के आले दुआले आके देखिया तो आले दुआले वेख्या तो अग लगी पई है, ईरखा दी, निंदा दी, क्रोध दी, काम दी। इस अग विच जिसनों असीं इकट्ठी करके तृष्णा अग्नि कहते हैं, संसार दे विच तृष्णा की अग बलदी पई। अज बड़ा प्यारा बच्चा ने, जदों इस अग की समझ आएगी, प्रभु जी की शरण ही प्राप्त उदों होवेगी। असीं कदे कदे एक दूजे नूं कहिंदे रहने आ, भाई शरण आ जाओ, इदां कर लो, इदां कर लो, नहीं कोई आ रहा। पता क्यों? उन्हां नूं बाहर विच तृष्णा की अग नहीं नज़र आ रही। तो जिन्ना चिर तृष्णा की अग नहीं नज़र आएगी, नहीं समझ आएगी, उन्ना चिर वो सत्संगत विच नहीं आउणगे। इत्थे आउणगे तो मेला देखण आउणगे, किसी दे सदे सदाए आउणगे। आ वेखे आउणा है, गुस्ताखी की माफ़ी। रोज़ाना सत्संगत इत्थे ही अपने हुंदी ना, किसी दूर की गल आपां ना करिए। तो असीं कितने कुछ जी सवेरे शाम हुंदे ने, पर जदों किसी परिवार की खुशी गमी इत्थे हुंदी है तो फिर कितने जी हुंदे ने, वो कित्थों आ जाते हैं। बड़े सुंदर सुंदर स्वरूप ने, दिखते सुनते पढ़ते, बिल्कुल दर्शनी इत्थे ही रहिंदे ने, पर आउंदे नहीं। क्यों? उदों क्यों आए? उदों वो गुरु वास्ते नहीं आए, वो संगत करने नहीं आए, वो अपने किसी सज्जन मित्र के सदे ते आए। वो नहीं सदया, वो आ गए। उन्हें इत्थे सदया, इत्थे आ जा गए। किसी होटल में सदा, वो होटल चले जाते। उत्थे सदे हुए लोग सन संगत, इसे करके उन्होंने समागमां जिथे परिवारक तौर पर इकट्ठ होंदे ने, खुशियां ते गमियां दे नाम की कला नहीं वरतदी। बड़ा मुश्किल होंदा है किते माहौल टिकवा बन जाए, किते उन्हां च बहुत गिणती सत्संगियां दे अभ्यासियां दी हो जाए, तो लंबे समय बाद किते माहौल टिकवा जा बन जाए तो बन जाए, नहीं तो चला चलाई हुंदी है। पर इत्थे इहो जिहे माहौल आसा की वार दे कीर्तन, सोदर दी आरती कीर्तन, भावें गिणती घट होएगी पर टिकाव ज़्यादा होएगा। क्योंकि इत्थे जिहड़ा आया ना, वो भावें ज्ञानी है तो भावें नहीं ज्ञानी, भावें उन्होंने संसार के बहुते ज्ञान मर्यादा के बारे पता है तो भावें नहीं पता, पर थोड़ा जिहा उहदे प्रति प्रेम है उहदे विच। इस करके संध्या नूं आण बहिंदा भी चलो दिन पर थके टुटिया मना, चल गुरु की संगत कर ली, मत्था टेक। इन्ना ही नहीं जी, मत्था ही टेक आईए। आ सवेरे भी जी आ रहे ने, सवेर जदों तो प्रकाश होया तुरे आ रहे ने। असीं लख टीका टिप्पणी एक दूजे ते करते रहने आ, पर उन्होंने मन च की है, भाई कार विहार ते जाना, चल मत्था टेक के चलते हैं। अपने गुरु के प्रति श्रद्धा की तो कुछ तो है ना, तो कुछ इत्थों लै जाते हैं, तो जो तरह के इकट्ठ होंदे तो कुछ नहीं मिलता। क्योंकि इन्हों इन्ना को पता है कि ही सच्चे पातशाह कार विहार तो करने ही करने ने, जिंदगी रोज़मर्रा है, पर तेरी संगत, तेरी आसीस के सदके जिंदगी ठहराव आ जाता है। तुहाडी किरपा के सदके जिस कार्य ते चलिया सुखैन हो जाएगा। और ये साडे च पुरानी परंपरा है, गुरु नानक पातशाह साहब जी जो दर्शना तो सिख संगत विच बनी भी किसी कार्य ते जाना तो गुरु के दर्शन कर जाओ, मदद मिलती है, सहायता मिलती, गुरु के दर्शन की बरकत पैंदी है। तो जदों समझ आ जाती आले दुआले पे अग लगी है, फिर शरण प्राप्त कर लेंदा है। आज इहदा जिक्र है, यही जग जलता देख कह। जद आले दुआले देखिया अग लगी हुई है,
ਵਿਕਾਰਾਂ ਦੀ ਅੱਗ। ਪੁੱਛਿਆ ਅੱਗ ਕਿਹੜੀ ਹੈ? ਇੱਦਾਂ ਤਾਂ ਨਜ਼ਰ ਹੀ ਨਹੀਂ ਆਉਂਦੀ ਸਾਨੂੰ ਅੱਗ ਨਾ। ਅਸੀਂ ਤਾਂ ਕਹਾਂਗੇ ਲੈ ਹੁਣ ਤਾਂ ਮੀਂਹ ਪੈ ਗਿਆ, ਬੜਾ ਠੰਡਾ ਮਾਹੌਲ ਬਣਿਆ, ਤੁਸੀਂ ਅੱਗ ਕਰੀ ਜਾਂਦੇ ਹੋ। ਪਰ ਅਭਿਆਸੀ ਨੂੰ ਪਤਾ ਹੈ ਕਿ ਇੱਥੇ ਅੱਗ ਸਦਾ ਰਹਿੰਦੀ ਹੈ। ਇਹ ਅੱਗ ਦੀਆਂ 4 ਲਹਿਰਾਂ, 4 ਨਦੀਆਂ ਅੱਗ ਦੀਆਂ ਸਦਾ ਬਲਦੀਆਂ ਰਹਿੰਦੀਆਂ ਨੇ। ਗੁਰਬਾਣੀ ਜ਼ਿਕਰ ਹੈ ਹੰਸ, ਹੇਤ, ਲੋਭ, ਕੋਪ, 4 ਨਦੀਆਂ ਅੱਗ। ਹੰਸ ਕਹਿੰਦੇ ਨੇ ਹਿੰਸਾ, ਕਿਸੇ ਨੂੰ ਦੁੱਖ ਦੇਣਾ, ਅਤੇ ਕਿਸੇ ਨੂੰ ਦੁੱਖ ਦੇ ਕੇ ਸਾਨੂੰ ਸਕੂਨ ਜਿਹਾ ਮਿਲਦਾ। ਦੇਖਿਆ ਹੁਣ ਸਵਾਦ ਆਏਗਾ ਜਦੋਂ ਕਿਸੇ ਨੂੰ ਕਿਸੇ ਫਸਾ ਲੈਂਦੇ ਹਾਂ, ਕਿਸੇ ਨਾ ਕਿਸੇ ਉਲਝਣ ਵਿੱਚ, ਉਹ ਕਿਤੇ ਦੁੱਖ ਮਿਲਦਾ, ਅਸੀਂ ਕਿਨੇ ਦੇਖਿਆ ਹੁਣ ਸਵਾਦ ਆਏਗਾ। ਇਹਦਾ ਮਤਲਬ ਸਾਡੇ ਅੰਦਰ ਹਿੰਸਾ ਦੀ ਪ੍ਰਵਿਰਤੀ ਹੈ। ਭਾਵੇਂ ਉੱਤੋਂ ਅਸੀਂ ਕਿੰਨੀ ਮਾਲਾ ਗਲ 'ਚ ਪਾਈ ਹੈ ਅਤੇ ਕਿੰਨੀਆਂ ਮਾਲਾ ਰੋਜ਼ ਫੇਰਦੇ ਹਾਂ, ਕੋਈ ਫਰਕ ਨਹੀਂ ਪੈਂਦਾ। ਅਗਰ ਸਾਡੇ ਅੰਦਰ ਕਿਸੇ ਦੇ ਦੁੱਖ ਨੂੰ ਦੇਖ ਕੇ ਦਰਦ ਨਹੀਂ ਆਉਂਦਾ ਅਤੇ ਅਸੀਂ ਹਿੰਸਕ ਹਾਂ, ਅਸੀਂ ਮਾਰਖੋਰੇ ਹਾਂ, ਅਸੀਂ ਵੱਢ ਖਾਣ ਵਾਲੇ ਹਾਂ, ਅਸੀਂ ਸਾਰੇ ਹਿੰਸਕ ਹਾਂ। ਜਿਵੇਂ ਪਸ਼ੂ ਹਿੰਸਕ ਹੁੰਦੇ ਨਾ, ਅਸੀਂ ਕਹਿੰਦੇ ਜੋ ਮਾਸ ਖਾਂਦੇ ਨੇ ਪਸ਼ੂ, ਉਹਨੂੰ ਹਿੰਸਕ ਪਸ਼ੂ ਕਿਹਾ ਜਾਂਦਾ ਹੈ। ਅਸੀਂ ਸਿੱਧੇ ਤੌਰ 'ਤੇ ਮਾਸ ਨਹੀਂ ਖਾਂਦੇ, ਪਰ ਕਿਸੇ ਦੇ ਦੁੱਖ ਦਾ ਆਨੰਦ ਲੈਂਦੇ ਹਾਂ ਅਤੇ ਸਮਝ ਲਓ ਅਸੀਂ ਉਹਦਾ ਮਾਸ ਖਾ ਰਹੇ ਹਾਂ। ਇਸੇ ਕਰਕੇ ਸਿਆਣੇ ਕਹਿੰਦੇ ਨਾ ਦਰਦ ਦੇਖ ਦੁੱਖ ਆਉਂਦਾ। ਕਿਸੇ ਦੀ ਪੀੜਾ ਨੂੰ ਵੇਖ ਕੇ ਤੁਹਾਨੂੰ ਦੁੱਖ ਆਉਂਦਾ। ਜੇ ਕਿਸੇ ਦੇ ਦਰਦ ਨੂੰ ਵੇਖ ਕੇ ਤੁਹਾਨੂੰ ਦੁੱਖ ਆਉਂਦਾ ਤਾਂ ਸਮਝ ਲਓ ਤੁਹਾਡੇ ਅੰਦਰ ਇਹ ਬਿਮਾਰੀ ਨਹੀਂ ਹੈ। ਇਸ ਕਲਹ ਤੋਂ, ਇਸ ਅੱਗ ਤੋਂ ਬਚ ਗਏ ਹਾਂ। ਹੇਤ ਜਿਹਦੀ ਆਪਾਂ ਕੱਲ੍ਹ ਵਿਆਖਿਆ ਕਰ ਸਾਂ, ਮੋਹ ਬੜਾ ਖਤਰਨਾਕ ਹੈ। ਮੋਹ ਤੋਂ ਤੁਸੀਂ ਬਚ ਹੀ ਨਹੀਂ ਪਾ ਰਹੇ, ਬੜਾ ਔਖਾ ਹੈ ਮੋਹ ਦੇ ਚੱਕਰ ਤੋਂ ਬਚਣਾ। ਆਲੇ ਦੁਆਲੇ ਦੇ ਸੰਸਾਰ 'ਚ ਵਿਚਰਦਿਆਂ ਵੇਖਿਆ ਬੜੇ ਵੱਡੇ ਨਾਮ ਜਿਨ੍ਹਾਂ ਨੂੰ ਅਸੀਂ ਸੰਤ ਭਗਤ ਅਤੇ ਹੋਰ ਕਈ ਕੁਝ ਕਹਿੰਦੇ ਹਾਂ, ਉਹਨਾਂ ਦੇ ਉੱਤੇ ਵੀ ਮੋਹ ਦਾ ਪ੍ਰਭਾਵ ਦੇਖਿਆ। ਉਹਨਾਂ ਨੂੰ ਵੀ ਦੇਖਿਆ ਪੁੱਤਰ ਜੋ ਹੋਇਆ ਕਰਨਾ ਪੈਂਦਾ, ਧੀਆਂ ਵਾਸਤੇ ਕਰਨਾ ਪੈਂਦਾ, ਪੁੱਤਰਾਂ ਵਾਸਤੇ ਕਰਨਾ ਪੈਂਦਾ। ਅਤੇ ਕੀ ਕਰਨਾ ਪੈਂਦਾ? ਮਿਹਨਤ ਮੁਸ਼ੱਕਤ ਨਹੀਂ, ਕਿਸੇ ਨੂੰ ਸਿਫਾਰਿਸ਼ ਕਰਨੀ ਪੈਂਦੀ। ਉਹ ਵੀ ਕਿ ਮੰਤਰੀ ਨੂੰ ਫੋਨ ਕਰਦੇ ਵੇਖੇ। ਕਾਰਨ ਕੀ? ਮੋਹ ਪੁੱਤਰਾਂ ਦਾ, ਧੀਆਂ ਦਾ ਮੋਹ ਹੈ। ਮੋਹ ਦੇ ਚੱਕਰ ਤੋਂ ਤਾਂ ਸ਼ਾਇਦ ਹੀ ਕੋਈ ਯਾਦ ਰੱਖਣਾ ਸੰਤ ਬਚਦਾ। ਅਤੇ ਹਿੰਸ, ਹੇਤ, ਲੋਭ ਅਤੇ ਲੋਭ ਤੋਂ ਅਸੀਂ ਸਾਰੇ ਜਾਣਦੇ ਹਾਂ ਸਭ ਦੇ ਅੰਦਰ ਲੋਭ ਪ੍ਰਕਿਰਤੀ ਹੈ। ਅਤੇ ਫਿਰ ਸਾਰਿਆਂ ਦਾ ਹੰਸ, ਹੇਤ, ਲੋਭ, ਕੋਪ ਅਤੇ ਗੁੱਸਾ ਆਉਂਦਾ ਹੈ। ਇਹ 4 ਨਦੀਆਂ ਇਕੱਠੀਆਂ ਹੋ ਕੇ ਬਲਦੀ ਅੱਗ। ਜਿਵੇਂ ਕਿਸੇ ਚੁੱਲ੍ਹੇ 4 ਲੱਕੜਾਂ ਹਨ ਅਤੇ ਬੜੇ ਵੱਡੇ ਭਾਂਬੜ ਮੱਚਦੇ ਨੇ। ਆ ਲੰਗਰ ਪੱਕਦੇ ਨੇ, ਚਲੋ ਹੁਣ ਤਾਂ ਗੈਸਾਂ 'ਤੇ ਵੇਖਿਆ ਹੋਣਾ ਘਰਾਂ 'ਚ, ਇੱਕ ਲੱਕੜੀ ਨਾਲ ਅੱਗ ਨਹੀਂ ਪ੍ਰੋਪਰ ਬਲਦੀ, ਚੁੱਲ੍ਹਾ ਨਹੀਂ ਤਪਦਾ। 2 ਲੱਕੜੀਆਂ ਦੀ ਅੱਗ ਥੋੜ੍ਹੀ ਜਿਹੀ ਘੱਟ ਹੁੰਦੀ ਹੈ ਅਤੇ 4 ਲੱਕੜੀਆਂ ਟਿਕਾ ਕੇ ਇੱਕ ਦੂਜੇ ਨਾਲ ਟਿਕਾਤੀਆਂ ਜਾਣ ਅਤੇ ਫਿਰ ਐਂ ਵਧੀਆ ਅੱਗ ਬਲਦੀ ਹੈ। ਇਵੇਂ ਹੰਸ, ਹੇਤ, ਲੋਭ, ਕੋਪ, 4 ਨਦੀਆਂ ਅੱਗ। ਪਵਹਿ ਦਜੈ ਨਾਨਕਾ ਤਰੀਐ ਕਰਮੀ ਲੱਗ। ਲੋਕ ਇਹਨਾਂ 'ਚ ਪੈ ਜਾਂਦੇ ਨੇ ਅਤੇ ਫਿਰ ਸੜਦੇ ਹੀ ਨੇ। ਅਤੇ ਜਿਨ੍ਹਾਂ ਨੂੰ ਇਹ ਸਮਝ ਆ ਜਾਂਦੀ ਵੀ ਅੱਗ ਲੱਗੀ ਹੋਈ ਹੈ, ਉਹ ਫਿਰ ਭੱਜਦੇ ਨੇ। ਅਤੇ ਭੱਜ ਕੇ ਕਿੱਥੇ ਜਾਣਗੇ? ਹੁਣ ਮੰਨ ਲਓ ਇੱਕ ਦਰਸ਼ਨ ਅਸੀਂ ਕਦੇ ਫਿਲਾਸਫੀ 'ਚ ਪੜ੍ਹਿਆ ਸੁਣਿਆ, ਵਡੇਰਿਆਂ ਵੇਖਿਆ ਵੀ ਹੋਣਾ, ਅਸੀਂ ਪੁਸਤਕਾਂ 'ਚੋਂ ਪੜ੍ਹਦੇ ਵੀ ਹਾਂ ਅਤੇ ਕਦੇ ਵੇਖਣ ਨੂੰ ਵੀ ਮਿਲਦਾ। ਜੰਗਲਾਂ 'ਚ ਅੱਗ ਲੱਗ ਜਾਏ ਅਤੇ ਜੰਗਲ 'ਚ ਰਹਿਣ ਵਾਲੇ ਜੀਵ ਜੰਤ ਕਿੱਧਰ ਭੱਜਦੇ ਨੇ? ਕੁਝ ਜੀਵ ਤਾਂ ਜੰਗਲ ਤੋਂ ਬਾਹਰ ਭੱਜਦੇ ਨੇ, ਪਰ ਜ਼ਰੂਰੀ ਨਹੀਂ ਕਿ ਜੰਗਲ ਤੋਂ ਬਾਹਰ ਭੱਜੇ ਜਾਣ। ਜਿਹੜੇ ਸਿਆਣੇ ਜੀਅ ਨੇ ਉਹ ਉਸ ਦਿਸ਼ਾ ਵੱਲ ਭੱਜਦੇ ਨੇ ਜਿੱਧਰ ਪਾਣੀ ਹੁੰਦਾ। ਔਰ ਇਹ ਪਸ਼ੂ ਪੰਛੀਆਂ ਨੂੰ ਕੁਦਰਤੀ ਅਹਿਸਾਸ ਹੁੰਦਾ ਹੈ ਕਿ ਕਿਸ ਪਾਸੇ ਪਾਣੀ ਹੈ, ਕਿੰਨੀ ਕੁ ਦੂਰ ਪਾਣੀ ਹੈ। ਉਹ ਅੱਗ ਲੱਗਣ 'ਤੇ ਉਸੇ ਪਾਸੇ ਭੱਜਦੇ ਨੇ ਜਿੱਥੇ ਨੇੜੇ ਪਾਣੀ ਹੁੰਦਾ, ਕਿਉਂਕਿ ਕੁਦਰਤ ਨੇ ਉਹਨਾਂ ਨੂੰ ਇਹ ਬਖਸ਼ਿਸ਼ ਦਿੱਤੀ ਹੁੰਦੀ ਹੈ, ਅਹਿਸਾਸ ਹੁੰਦਾ ਉਹਨਾਂ ਦਾ। ਉਹ ਕਿਸੇ ਦਰਿਆ ਵੱਲ, ਕਿਸੇ ਸਰੋਵਰ ਵੱਲ ਭੱਜਦੇ ਨੇ। ਆਲੇ ਦੁਆਲੇ ਅੱਗ ਲੱਗ ਜਾਏ ਅਤੇ ਉਹ ਪਕਸ਼ੂ ਜੀਵ ਵੀ ਜਿਹੜੇ ਤਰਨਾ ਨਹੀਂ ਜਾਣਦੇ ਚੌਪਾਏ, ਉਹ ਵੀ ਪਾਣੀ 'ਚ ਛਾਲਾ ਮਾਰ ਦਿੰਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਪਾਣੀ 'ਚ ਕੁਝ ਘੜੀਆਂ 'ਤੇ ਜੀਵਿਤ ਰਹਾਂਗੇ, ਫਿਰ ਬਾਹਰ ਆ ਜਾਵਾਂਗੇ, ਅੱਗ ਵਿੱਚ ਸੜ ਮੁਹਾਂਗੇ। ਉਹ ਵੀ ਭੱਜ ਕੇ ਦਰਿਆਵਾਂ ਦੀ ਸ਼ਰਨ ਜਾਂਦੇ ਨੇ। ਅਤੇ ਅਸੀਂ ਕਿੱਥੇ ਜਾਈਏ? ਉਹਨਾਂ 'ਤੇ ਜੰਗਲਾਂ 'ਚ ਲੱਗੀ ਅੱਗ ਸਮਝ ਆ ਗਈ ਅਤੇ ਦਰਿਆਵਾਂ 'ਚ ਚਲੇ ਗਏ। ਯਾਦ ਰੱਖਣਾ, ਜਿਨ੍ਹਾਂ ਅਭਿਆਸੀਆਂ ਨੂੰ ਇਹ ਸਮਝ ਆ ਜਾਂਦੀ ਹੈ ਕਿ ਸੰਸਾਰ ਦੇ ਵਿੱਚ ਇੱਕ ਈਰਖਾ ਦੀ ਅੱਗ ਬਲਦੀ ਹੈ, ਉਹ ਭੱਜ ਕੇ ਗੁਰੂ ਦਰਿਆਓ 'ਚ ਆਉਂਦੇ ਨੇ, ਸਤਸੰਗਤ ਰੂਪੀ ਸਰੋਵਰ 'ਚ ਆਉਂਦੇ ਨੇ। ਉਹਨਾਂ ਨੂੰ ਇੰਨਾ ਕੁ ਪਤਾ ਹੈ ਕਿ ਇੱਥੇ ਆਉਣ ਦੇ ਨਾਲ
उस अग तो बचाव होंदा। क्योंकि इत्थे जिन्ना चਿਰ ਅਸੀਂ बैठते हाँ, ठीक है, ਅਸੀਂ निक्के निक्के जी हाँ, पर इन्ना तो सानू पता है भी इत्थे बैठे हाँ ਅਸੀਂ ईर्खा नहीं करते। ਜਿਹੜੇ सत्संगी ਹੁੰਦੇ ਨੇ ਉਹ ਜਿੰਨਾ ਚਿਰ सत्संगत ਵਿੱਚ ਰਹਿਣਗੇ कम से कम ਉਹਨਾਂ ਚਿਰ क्रोध ਤੋਂ बचे ਰਹਿੰਦੇ ਨੇ, ਉਹਨਾਂ ਚਿਰ ਲੋਭ ਤੋਂ बचे ਰਹਿੰਦੇ ਨੇ, ईर्खा ਤੋਂ बचे ਰਹਿੰਦੇ ਨੇ, ਇਹ तमाम बुराइयां ਤੋਂ मोह ਤੋਂ बचे वाहिगुरु वाहिगुरु करते रहते हैं, सुनते रहते हैं, पढ़ते रहते हैं, तो कम से कम इतना समा तो उन्होंने बाहरले सेक तो बच जाता ना। इसे करके महाराज अज सानू जुगत देंदे, जब समझ आ गई आले दुआले अग लगी है तो फिर की करा, महाराज अपनी जुगत देंदे ने वो असी अपने ते अपना सकीए। क्योंकि महाराज ने सानू वास्ते जुगत दिती है कि असी मैं अपने लिए करा, आप अपने लिए करो भाई। यही जग जलता देख कै भज पए हर शरणाई राम। जदों आले दुआले पता लग गया जग जलता है, अग लगी पई है, तो भज के आण वड़े गुरु की शरण विच, क्योंकि इत्थे उस अग दा असर नहीं पैना। असी कदे कदे अरदास विच एक बोल पढ़ते सुनते ना, जगत जलंदा रख लै अपनी किरपा धार। हे सच्चे पातशाह ये जगत सड़दा पिया है, किरपा करना तू किरपा दा मींह पा, ये जगत बच सके। पावन बाणी च बड़ा प्यारा बचन है, जदों अभ्यासी जन इस तरह अरदासां करते हैं तो महाराज फिर किरपा दा मींह पाउंदे ने। बड़ा प्यारा बचन है, जलतो बलतो देखिया आले दुआले अग लगी है, जलतो बलतो तो फिर की हुंदा है, तौकिया आ वेखिया होना किते अग लगी होवे घाह पार्क च तो लोग पानी छिड़काओ, अपना शब्द हिंदी च बन गया पानी छिड़काओ। तरौकना पुराना पंजाबी का शब्द सी जो अज साडे बोल चाल चों स्किप हो गया, नहीं बोलिया जा रहा। महाराज ने वरतिया है, जलतो बलतो देखिया जलदा बलदा, तौकिया जिन्होंने पुराने माझे तरौकिया कहते हुंदे सी। क्योंकि गुरबाणी च बहुत सारा प्रभाव बोलियां दा, अलग अलग थावां दी बोलियां दा प्रभाव है, अलग अलग खेतरां दी बोलियां महाराज ने वरत लईआं ने। जलतो बलतो तौकिया, क्या तौकिया, गुरचंदन शीत लायो। हुण इस बल की अग ते पानी छिड़किया जाता है, पर हिरदे की अग ते पानी का कोई असर नहीं पैंदा ना। जे तरना हिरदे की अग ते बाणी का असर पैंदा जे। इस करके जदों भी क्रोध आए, काम आए, विकार आउण ते सियाणे कहंदे ने बह के वाहिगुरू वाहिगुरू जपनी शुरू कर दिओ। हालांकि सादी कमज़ोरी कि उदों जपिया नहीं जाता, पर जे किते जपण लग पईए तो सागत तो बच जाईदा। महाराज कहन लगे, जदों मैंने समझ आ गई भी अग लगी है तो मैं तो भज के आ गया। तो महाराज कहते लिए कहने सानू कहने भाई, जिस दिन समझ आ जाए कि आले दुआले विकारां दी अग बलदी है तो इन्हां विकारां नाल मैं सिज नहीं सकता, तो भज के गुरु शरण विच आ जा। की करा इत्थे आके बाबा आते गया, हुण अरदास करिए। अरदास करी, इत्थे आके अरदास कीती। महाराज कहने लगे अरदास करी, क्या करी, गुर पूरे आ गए। अपने पूरे सतगुर देख के बेनती की, महाराज रख लेवो। महाराज बाहर अग लगी हुई है, बाहर मर जावांगा, नहीं मारना जा जी हाँ, बाहर तो विकारां दी अग लगी है, इत्थे बख्शिश कर दो। आ गया ना, रख लेवो, रख लो। देहो वडाई, अपनी वडियाई बख्श दिओ। वडियाई का मतलब अपनी किरपा कर दिओ, क्योंकि तुहाडी वडियाई मिल गई तो बाहर विकारां तो बच जावांगा। इसी करके बड़ा प्यारा बचन कदे कदे असीं पढ़ते हुंदे आ। पुराने बजुर्ग तो बहुत पढ़ते सी, गुर किरपा करन अज भी पढ़िया करिए। आम तौर पर वेखे घरां च जदों किसी छोटे बालकिਆਂ ਨੂੰ कोई तकलीफ होनी, सिर पीड़ बच्चों दे होना, बच्चियां रोवना, तो नानियां दादियां ने झुड़ च पा लेना, बजुर्गों ने मोढे ला लेना, तो एक शब्द पढ़ते जाना, ताती वाव न लग गई पार ब्रह्म शरणाई, चौगिरद हमारे राम कार दुख लगे ना भाई। तो नाले बच्चे के सिर ते हथ फेरते रहना। ये जाति तजुर्बियां च वेखिया है, ये बजुर्गों ने मोढे ला लेना, तो 2 4 5 बार शब्द पढ़िया, पता लगा बालका सौ गया। पता क्यों, बहुत तरवास है, बहुत इस ठंडक है इन शब्दों के विच, पावन बाणी दे विच, पर असीं इसकी तासीर नूं वरत नहीं पाए, असीं इसनूं समझ नहीं पाए। असीं तो बस ठीक है मत्था टेक लिया या तर्क वितर्क कर वास्ते कर लिया, असीं दे ज्ञान नूं, इस अमृत नूं पी नहीं पाए। अरदास करी, गुरपूरे आ गए। सच्चे पातशाह के रख लो महाराज, रख लो।
ਕਿ ਅਸੀਂ ਬੇਨਤੀ ਕਰਦੇ, ਰਾਖ ਪਿਤਾ ਪ੍ਰਭ ਮੇਰੇ, ਮੋਹਿ ਨਿਰਗੁਣ ਸਭ ਗੁਣ ਤੇਰੇ। ਦੇਹ ਵਡਾਈ, ਆਪਣੀ ਵਡਿਆਈ ਦੇ, ਆਪਣੀ ਵਡੇ ਦਾ ਕੀ ਸਰੂਪ ਹੋਏਗਾ? ਕਹਿਣ ਲੱਗੇ ਰੱਖ ਲੇਵੋ ਸ਼ਰਨਾਈ, ਆਪਣੀ ਸ਼ਰਨ 'ਚ ਰੱਖ ਲਓ। ਹਰ ਨਾਮ ਵਡਾਈ ਤੇ ਵਡਿਆਈ ਨਾਮ ਦੀ ਹੈ। ਜਦੋਂ ਇੱਥੋਂ ਬਾਹਰ ਜਾਵਾਂਗੇ ਤੇ ਸਾਨੂੰ ਕੋਈ ਪੁੱਛੇਗਾ ਕਿੱਥੋਂ ਆਇਓ, ਕੀ ਕਰਕੇ ਆਇਓ, ਤਾਂ ਅਸੀਂ ਕੀ ਕਹਾਂਗੇ? ਅਸੀਂ ਗੁਰੂ ਦਰਬਾਰ 'ਚੋਂ ਆਏ ਹਾਂ। ਕੀ ਕਰਕੇ ਆਇਓ? ਠੀਕ ਹੈ, ਆਪਣਾ ਆਪਣਾ ਕਹਿ ਦਿਆਂ ਕਿ ਮੈਂ ਕਥਾ ਕਰਕੇ ਆਇਆ, ਮੈਂ ਕਥਾ ਸੁਣ ਕੇ ਆਇਆ, ਇਹੀ ਕਹੋਗੇ ਨਾ ਵੀ ਗਏ ਸਾਂ, ਸਤਸੰਗਤ ਕੀਤੀ, ਕਥਾ ਕੀਰਤਨ ਸੁਣਿਆ। ਪਰ ਚੇਤਾ ਰੱਖਣਾ, ਇੱਥੋਂ ਮਿਲਦਾ ਜੇ ਨਾਮ। ਅਸੀਂ ਉਹ ਕਹੇਗਾ ਕੁਝ ਲੈ ਕੇ ਆਇਓ, ਤੇ ਕਹਾਂਗੇ ਹਾਂ ਉੱਥੋਂ ਪ੍ਰਸ਼ਾਦ ਮਿਲਿਆ। ਇਹ ਠੀਕ ਹੈ, ਤੇ ਪ੍ਰਸ਼ਾਦ ਸੰਸਾਰ 'ਚ ਵਰਤਦਾ ਹੈ ਨਾ। ਬਜ਼ੁਰਗਾਂ ਨੂੰ ਵੇਖਿਆ ਹੋਣਾ, ਅਸੀਂ ਉੱਤੇ ਟੀਕਾ ਟਿੱਪਣੀ ਕਰਦੇ ਹਾਂ। ਅਕਸਰ ਮਾਈਆਂ ਕੋਲ ਮਮਤਾ ਜ਼ਿਆਦਾ ਹੁੰਦੀ ਨਾ, ਉਹ ਘਰ ਜਾਂਦੀਆਂ ਤੇ ਪ੍ਰਸ਼ਾਦ ਲੈ ਕੇ ਜਾਂਦੀਆਂ, ਅਸੀਂ ਉੱਤੇ ਟਿੱਪਣੀ ਕਰਦੇ ਹਾਂ। ਚੇਤਾ ਰੱਖਣਾ, ਉਹ ਗੁਰੂ ਕੀ ਕਿਰਪਾ ਲੈ ਕੇ ਜਾਂਦੀਆਂ। ਭਾਈ ਜਿਹੜੇ ਆ ਬੋਧ ਬਾਲਕ ਕਿਸੇ ਕਾਰਨਾਂ ਕਰਕੇ, ਨਾਦਾਨੀਆਂ ਕਰਕੇ, ਅਗਿਆਨਤਾ ਕਰਕੇ ਤੇਰੀ ਦਰਬਾਰ ਤੱਕ ਨਹੀਂ ਆ ਪਹੁੰਚੇ, ਮਹਾਰਾਜ ਇਹਨਾਂ 'ਤੇ ਵੀ ਕਿਰਪਾ ਕਰਨਾ। ਅਸੀਂ ਪੜ੍ਹਤੇ ਲੈਂਦੇ ਹਾਂ, ਸੁਖੀ ਬਸੈ ਮੋਰੋ ਪਰਿਵਾਰਾ, ਇਹ ਭਾਵ ਛੁਪਿਆ ਹੈ, ਆ ਮੇਰਾ ਪਰਿਵਾਰ ਹੈ, ਇਹ ਸੁਖੀ ਬਸੇ। ਇਹ ਹਰ ਬਜ਼ੁਰਗ ਮਾਤਾ ਦੇ ਹਿਰਦੇ ਦੀ ਭਾਵਨਾ ਹੈ ਨਾ। ਮਹਾਰਾਜ ਨਾਮ ਦੀ ਕਲਾ ਦੇ ਦਿਓ, ਨਾਮ ਬਖਸ਼ਿਸ਼ ਹੋ ਜਾਏ। ਹਰ ਨਾਮ ਵਡਾਈ, ਤੁਧ ਜੀਵੜ ਅਵਰਨਾ ਦਾਤਾ, ਮੈਨੂੰ ਪਤਾ ਹੈ ਤੇਰੇ ਵਰਗਾ ਦਾਤਾ ਕੋਈ ਨਹੀਂ, ਤੂੰ ਸਰਬ ਸੁੱਖਾਂ ਦਾਤਾ ਹੈ। ਤੇ ਹੁਣ ਸਮਝਾਉਂਦੇ ਨੇ ਸਤਿਗੁਰੂ, ਇਹ ਨਾਮ ਬਖਸ਼ਿਸ਼ ਪਤਾ ਕਿਹਨੂੰ ਮਿਲਦੀ ਹੈ? ਮਹਾਰਾਜ ਮੈਂ ਤੇ ਆ ਗਿਆ, ਮੈਨੂੰ ਕੀ ਪਤਾ ਕਿਹਨੂੰ ਮਿਲਦੀ? ਮੈਨੂੰ ਇਹਨਾਂ ਪਤਾ ਹੈ ਉੱਥੇ ਅੰਮ੍ਰਿਤ ਵੰਡੀ ਹੈ। ਮੈਂ ਸੁਣਿਆ ਬਜ਼ੁਰਗਾਂ ਤੋਂ, ਉੱਥੇ ਅੰਮ੍ਰਿਤ ਵੰਡੀ ਹੈ, ਸੁਖੀਆ ਹਰ ਕਰਨੇ, ਉੱਥੇ ਅੰਮ੍ਰਿਤ ਵੰਡਿਆ ਜਾਂਦਾ ਹੈ, ਉੱਥੇ ਸੁੱਖ ਮਿਲਦਾ। ਮੈਂ ਵੀ ਆ ਗਿਆ। ਕਹਿਣ ਲੱਗੇ ਫਿਰ ਅੰਮ੍ਰਿਤ ਲੈਣਾ, ਇਹ ਨਾਮ ਲੈਣਾ ਨਾ, ਸੇਵਾ ਕਰਨੀ ਪੈਣੀ ਬੇਟਾ। ਸੇਵਾ ਲਾਗੇ ਸੇਵਡ ਭਾਗੇ, ਜਿਹੜੇ ਇੱਥੇ ਆ ਕੇ ਆਪਣੇ ਗੁਰੂ ਦੀ ਦੱਸੀ ਸੇਵਾ 'ਚ ਜੁਟ ਜਾਂਦੇ ਨੇ, ਵੱਡੇ ਭਾਗਾਂ ਵਾਲੇ ਹੁੰਦੇ ਨੇ। ਤਾਈਓ ਤਾਂ ਸ਼ਾਇਦ ਅੱਜ ਵੀ ਦੇਖਿਓ ਨਾ, ਗਾਹੇ ਬਗਾਹੇ ਲੋਕ ਅੰਮ੍ਰਿਤ ਵੇਲੇ ਸਵੇਰੇ ਸ਼ਾਮ, ਕੋਈ ਝਾੜੂ ਫੇਰਦਾ ਪਿਆ, ਕੋਈ ਭਾਂਡੇ ਮਾਂਜਦਾ ਪਿਆ। ਸਾਡੇ ਮਨਾਂ 'ਚ ਜੇ ਗੁਰੂ ਕੀ ਇਹਨਾਂ ਕਲਾਵਾਂ ਦਾ ਅੰਸ਼ਾਤਮਕ ਪ੍ਰਭਾਵ ਹੈ। ਕਹਿਣ ਲੱਗੇ ਸੇਵਾ ਲਾਗੇ ਸੇਵਡ ਭਾਗੇ। ਚਲੋ ਇਹ ਤਾਂ ਪ੍ਰਤੀਤਾਤਮਕ ਹੈ, ਕਿਤੇ ਹਰ ਵਕਤ ਹਰ ਸਮੇਂ ਅਸੀਂ ਗੁਰੂ ਕੀ ਸੇਵਾ 'ਚ ਟਿਕੇ ਰਹੀਏ। ਜੋ ਵੀ ਕਾਰ ਵਿਹਾਰ ਘਰ ਪਰਿਵਾਰ ਤੋਂ ਲੈ ਕੇ ਸਾਨੂੰ ਬਾਹਰ ਤੱਕ ਮਿਲਿਆ, ਸਮਰਪਿਤ ਕਰ ਦਈਏ ਗੁਰੂ ਮਹਾਰਾਜ ਤੇਰੀ ਸੇਵਾ ਦੇ ਵਿੱਚ ਹੈ। ਸਿਆਣੇ ਤੇ ਕਹਿੰਦੇ ਨੇ, ਘਰ ਦੇ ਵਿੱਚ 4 ਕੌਲੀਆਂ ਭਾਂਡੇ ਵੀ ਮਾਂਜਦੇ ਹੋ ਤੇ ਵੀ ਪ੍ਰਭੂ ਕੀ ਸੇਵਾ ਹੈ। ਜੇ ਆਪਣੇ ਬੱਚਿਆਂ ਦੇ ਵਾਸਤੇ ਕੁਝ ਕਰਦੇ ਹੋ ਤੇ ਰੱਬ ਦੀ ਸੇਵਾ ਸਮਝ ਕੇ ਕਰ ਲਓ। ਜੇ ਕਿਸੇ ਬਜ਼ੁਰਗ ਵਾਸਤੇ ਕਰਦੇ ਹੋ ਤੇ ਰੱਬ ਦੀ ਸੇਵਾ ਸਮਝ ਕੇ ਕਰ ਲਓ। ਬਾਹਰ ਵੀ ਤੇ ਆ ਕੇ ਵੱਡੇ ਵੱਡੇ ਥਾਲ ਪਤੀਲੇ ਧੋਂਦੇ ਹੀ ਹੋ ਨਾ, ਤੇ ਘਰ ਦੀ ਵੀ ਥਾਲੀ ਧੋ ਦਿਆ ਕਰੋ। ਬਾਹਰ ਵੀ ਉਹੋ ਜਿਹੇ ਜੀ ਨੇ, ਘਰ ਵੀ ਉਹੋ ਜਿਹੇ ਜੀ ਨੇ, ਤੇ ਤੇਰੇ ਹੀ ਨਾ। ਤੇ ਜੇ ਇਹ ਕਿਤੇ ਕਲਾ ਸਾਡੇ 'ਚ ਵਰਤ ਜਾਏ ਤੇ ਘਰਾਂ ਦਾ ਕਲੇਸ਼ ਮੁੱਕੀ ਜਾਏ। ਸੇਵਾ ਲਾਗੇ ਸੇਵਡ ਭਾਗੇ, ਜੁਗ ਜੁਗ ਏਕੋ ਜਾਤਾ, ਪਤਾ ਲੱਗਿਆ ਹਰ ਸਮੇਂ ਦਾ ਇੱਕੋ ਦਾਤਾ ਹੈ, ਹਰ ਵਕਤ ਉਹੀ ਦਾਤਾ ਰਿਹਾ। ਸਮੇਂ ਹੀ ਬਦਲਦੇ ਰਹੇ ਨੇ, ਅਸੀਂ ਯੁੱਗ ਬਦਲੇ ਕਹਿ ਦੇਵਾਂਗੇ, ਮਹੀਨੇ ਬਦਲੇ ਕਹਿ ਦੇਵਾਂਗੇ, ਪਰ ਦਾਤਾ ਨਹੀਂ ਬਦਲਿਆ, ਉਹ ਇੱਕ ਹੀ ਇੱਕ ਹੈ। ਜਤ ਸਤ ਸੰਜਮ ਕਰਮ ਕਮਾਵੇ। ਬਹੁਤ ਸਾਰੇ ਜੀ ਨੇ ਜੋ ਨਾਮ ਤੋਂ ਸਖਣੇ, ਗੁਰੂ ਕੀ ਸੇਵਾ ਤੋਂ ਸਖਣੇ, ਉਂਝ ਆਪਣੇ ਆਪ ਨੂੰ ਬੜੇ ਜਤੀ ਸਤੀ ਸੰਜਮੀ ਕਹਿੰਦੇ ਨੇ। ਅਸੀਂ ਆਹ ਜਤ ਕੀਤਾ ਜੀ, ਆਹ ਸੇਵਾ ਕੀਤੀ, ਆਹ ਅਸੀਂ ਪਤ ਰੱਖਿਆ, ਅਸੀਂ ਇਹਨਾਂ ਸੱਤ ਰੱਖਿਆ, ਅਸੀਂ ਆਹ ਸੰਜਮ ਕਰਦੇ ਹਾਂ, ਅਸੀਂ ਕਿਸ ਦਾ ਛੂਇਆ ਨਹੀਂ ਖਾਂਦੇ, ਅਸੀਂ ਆਹ ਨਹੀਂ ਕਰਦੇ, ਅਸੀਂ ਆਹ ਨਹੀਂ ਕਰਦੇ। ਮਹਾਰਾਜ ਕਹਿਣ ਲੱਗੇ ਬਿਨ ਗੁਰ ਗਤ ਨਹੀਂ ਪਾਈ, ਗੁਰੂ ਤੋਂ ਬਿਨਾਂ ਕੋਈ ਗਤੀ ਨਹੀਂ ਜੇ, ਕੋਈ ਉੱਚੀ ਅਵਸਥਾ ਨਹੀਂ ਜੇ। ਤਾਈਓ ਤੇ ਸਾਡੇ ਇੱਕ ਪੁਰਾਣਾ ਮੁਹਾਵਰਾ ਬਣ ਗਿਆ ਸੀ, ਗੁਰ ਬਿਨ ਗਤ ਨਹੀਂ, ਸ਼ਾਹ ਬਿਨ ਪਤ ਨਹੀਂ। ਬਾਜ਼ਾਰ ਵਿੱਚ ਸ਼ਾਹ ਚਾਹੀਦਾ ਹੈ, ਲੈਣ ਦੇਣ ਸੁੱਖ ਵੇਲੇ ਦੁੱਖ ਵੇਲੇ ਕੰਮ ਆਉਂਦਾ ਹੈ। ਚਿੱਤ ਰੱਖਣਾ ਅਧਿਆਤਮ 'ਚ ਗੁਰੂ ਚਾਹੀਦਾ ਹੈ, ਗੁਰੂ ਤੋਂ ਬਿਨਾਂ ਕੋਈ ਗਤੀ ਨਹੀਂ ਜੇ ਹੁੰਦੀ। ਤੀਸਰੇ ਪਾਤਸ਼ਾਹ ਦਾ ਬਚਨ ਸੁਣਿਆ ਨਾ ਸਾਖੀਆਂ 'ਚ ਵਡੇਰਿਆਂ ਤੋਂ, ਜਦੋਂ ਕਿਸੇ ਗਿਆਨੀ ਨੇ ਸਾਧੂ ਨੂੰ ਪੁੱਛਿਆ ਆਪਕਾ ਗੁਰੂ ਕਿਹੜਾ ਹੈ? ਕਹਿਣ ਲੱਗੇ ਜੀ ਗੁਰੂ ਨਹੀਂ ਹੈ। ਕਹਿਣ ਲੱਗੇ ਨਿਗੁਰੇ ਕਾ ਸੰਗ ਕੀਆ, ਮੇਰਾ ਧਰਮ ਭ੍ਰਸ਼ਟ ਕੀਆ। ਹੁਣ ਤੱਕ ਇੱਥੇ ਇੰਨੀਆਂ ਯਾਤਰਾਵਾਂ ਕੀਤੀਆਂ, ਗੁਰੂ ਤੇਰਾ ਕੋਈ ਨਹੀਂ। ਕਹਿਣ ਲੱਗੇ ਨਹੀਂ। ਕਹਿਣ ਲੱਗੇ ਫਿਰ ਕੁਛ ਨਹੀਂ ਤੇਰੇ ਪੱਲੇ। ਯਾਦ ਰੱਖਣਾ, ਤਾਂ ਹੀ ਸਾਨੂੰ ਕਿਹਾ ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਇਹ ਮੇਰੇ ਮਨਾ ਤੂੰ ਗੁਰੂ ਨੂੰ ਅਪਣਾ, ਗੁਰੂ ਵਾਲਾ ਬਣ ਜਾ। ਕਹਿਣ ਲੱਗੇ ਬਿਨ ਗੁਰ ਗਤ ਨਹੀਂ ਪਾਈ, ਨਾਨਕ ਜਿਸ ਨੂੰ ਸ਼ਬਦ ਬੁਝਾਏ। ਜੋ ਗੁਰੂ ਵਾਲੇ ਬਣਦੇ ਨੇ ਉਹਨੂੰ ਸ਼ਬਦ ਦੀ ਸਮਝ ਆਉਂਦੀ ਹੈ, ਸ਼ਬਦ ਸਮਝਾ ਦਿੱਤਾ ਜਾਂਦਾ ਹੈ। ਬਸ ਤਕੜੇ ਜੋ ਜਾਏ ਪਵੈ ਹਰ ਸ਼ਰਨਾਈ, ਜੋ ਜਾ ਕੇ ਪੈ ਜਾਂਦੇ ਨੇ ਪੈਰੀਂ ਆਪਣੇ ਗੁਰੂ ਕੇ, ਆਪਣੇ ਹਰੀ ਪ੍ਰਭ ਦੀ ਸ਼ਰਨ ਪੈ ਜਾਂਦੇ ਨੇ। ਗੁਰਦੇਵ ਕਿਰਪਾ ਕਰਨ,
ਅਸੀਂ ਹਰ ਪ੍ਰਭ ਕੀ शरण प्राप्त कर सकिए।